Hi there. Welcome back to my another IELTS writing video, and in this video I'm going to teach you how to write process chart. Process chart किस तरीके ਨਾਲ ਸ਼ੁਰੂ ਕਰਨਾ ਚਾਹੀਦਾ, introduction ਕਿਸ ਤਰੀਕੇ ਨਾਲ ਤੁਸੀਂ ਲਿਖ ਸਕਦੇ ਹੋ। ਇਸ ਤੋਂ ਪਹਿਲਾਂ ਵੀ ਮੈਂ ਟਾਸਕ 1 ਦਾ ਇੱਕ ਵੀਡੀਓ ਪਾਇਆ ਸੀ। So in this video I'm going to teach you step by step task 1 process chart, introduction, overview, body paragraph 3rd and 4. Overview ਨੂੰ ਕਿਸ ਤਰੀਕੇ ਨਾਲ ਲਿਖਣਾ ਚਾਹੀਦਾ। I hope that you would find this video useful, and if you find this video useful, please tell me in the comments so that I can make more videos. Okay, so let's begin our today's task 1, which is process chart. Yes, ਅੱਜ ਦੀ ਇਸ ਵੀਡੀਓ ਦੇ ਵਿੱਚ process chart ਕਰਾਂਗੇ। ਕੰਪਲੀਟ ਵੀਡੀਓ ਜ਼ਰੂਰ ਦੇਖਣਾ, ਕਿਉਂਕਿ ਸਟਾਰਟਿੰਗ ਦੇ ਵਿੱਚ ਇੰਟਰੋਡਕਸ਼ਨ ਨੂੰ ਕਿਸ ਤਰੀਕੇ ਨਾਲ ਲਿਖਿਆ ਜਾ ਸਕਦਾ ਔਰ ਕਿਸੇ ਵੀ ਪ੍ਰੋਸੈਸ ਚਾਰਟ ਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ ਬੜੀ ਆਸਾਨੀ ਨਾਲ। ਔਰ ਅੱਜ ਦੀ ਇਸ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕਦੇ ਵੀ ਪ੍ਰੋਸੈਸ ਚਾਰਟ ਲਿਖਣ ਦੇ ਵਿੱਚ ਦਿੱਕਤ ਨਹੀਂ ਆਊਗੀ। ਔਰ ਖਾਸ ਤੌਰ 'ਤੇ ਅਗਰ ਤੁਹਾਡਾ ਕੱਲ੍ਹ ਐਗਜ਼ਾਮ ਹੈ 4th of March, so then this video is gonna be advantageous for you. ਸੋ ਲਾਸਟ ਤੱਕ ਜ਼ਰੂਰ ਦੇਖਣਾ। ਵੀਡੀਓ ਥੋੜ੍ਹਾ ਜਿਹਾ ਲੰਬਾ ਹੋ ਸਕਦਾ ਕਿਉਂਕਿ ਮੈਂ ਕੱਲੀ ਗੱਲ ਡਿਟੇਲ ਦੇ ਵਿੱਚ ਦੱਸੂੰਗਾ ਕਿ ਪ੍ਰੋਸੈਸ ਦੇ ਵਿੱਚ ਕਿਸ ਤਰੀਕੇ ਨਾਲ ਸਟੇਜਸ ਨੂੰ ਐਕਸਪਲੇਨ ਕੀਤਾ ਜਾਂਦਾ ਹੈ, ਕਿਸ ਤਰੀਕੇ ਦੀ ਗ੍ਰਾਮਰ ਹੋਣੀ ਚਾਹੀਦੀ ਹੈ, ਕਿਸ ਤਰੀਕੇ ਦੇ ਵੋਕੈਬਲਰੀ ਦੇ ਵਰਡਸ ਹੋਣੇ ਚਾਹੀਦੇ ਆ। ਸੋ ਅੱਜ ਦਾ ਜੋ ਕੁਐਸਚਨ ਹੈ ਦੈਟ ਇਜ਼ ਔਨ ਯੂਰ ਸਕਰੀਨ। ਸੀਮੈਂਟ ਪ੍ਰੋਡਕਸ਼ਨ ਔਰ ਕੰਕਰੀਟ ਪ੍ਰੋਡਕਸ਼ਨ ਦੇ ਉੱਪਰ ਹੈ ਕਿ ਕਿਸ ਤਰੀਕੇ ਨਾਲ ਪ੍ਰੋਸੈਸ ਹੁੰਦਾ ਹੈ ਇਹਨਾਂ ਨੂੰ ਕ੍ਰੀਏਟ ਕਰਨ ਲਈ। ਸੋ ਕੁਐਸਚਨ ਇਟ ਸੇਜ਼ the diagrams below show the stages and equipment used in the cement making process and how cement is used to produce concrete for building purposes. ਸਭ ਤੋਂ ਪਹਿਲੀ ਚੀਜ਼ ਨੋਟ ਕਰਨ ਵਾਲੀ ਹੈ ਕਿ ਜੋ ਡਾਇਗਰਾਮਸ ਹੈ ਉਹ ਇੱਕ ਤੋਂ ਜ਼ਿਆਦਾ ਨਹੀਂ। ਹਾਲਾਂਕਿ ਛੋਟੀ ਜਿਹੀ ਗੱਲ ਹੈ ਲੇਕਿਨ ਕਲੀਅਰ ਹੋਣੀ ਜ਼ਰੂਰੀ ਹੈ, ਕਿਉਂਕਿ ਅੱਗੇ ਜਾ ਕੇ ਸਬਜੈਕਟ ਅਗਰੀਮੈਂਟ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਿੰਗੂਲਰ ਹੈ ਜਾਂ ਪਲੂਰਲ ਹੈ। ਹੁਣ ਕਿਸੇ ਵੀ ਟਾਸਕ 1 ਦੀ ਜ਼ਰੂਰੀ ਨਹੀਂ ਹੈ, ਚਾਹੇ ਉਹ ਪ੍ਰੋਸੈਸ ਹੋਵੇ, ਚਾਹੇ ਉਹ ਮੈਪ ਚਾਰਟ ਹੋਵੇ, ਚਾਹੇ ਉਹ ਲਾਈਨ ਗ੍ਰਾਫ ਹੈ, ਚਾਹੇ ਉਹ ਬਾਰ ਗ੍ਰਾਫ ਹੈ, ਕੋਈ ਵੀ ਇਨਫੋਗ੍ਰਾਫਿਕ ਇਨਫੋਰਮੇਸ਼ਨ ਇਫ ਯੂ ਹੈਵ। ਸੋ ਅਗਰ ਤੁਸੀਂ ਉਹਦੀ ਇੰਟਰੋਡਕਸ਼ਨ ਕ੍ਰੀਏਟ ਕਰਨੀ ਹੈ, ਸੋ ਸਭ ਤੋਂ ਪਹਿਲੇ ਤੁਹਾਨੂੰ ਕੀ ਕਰਨਾ ਹੋਏਗਾ, ਯੂ ਹੈਵ ਟੂ ਹੈਵ ਸਿਨੋਨਿਮਸ। ਦੋ ਤਰੀਕੇ ਨੇ ਕਿਸੇ ਵੀ ਇੰਟਰੋਡਕਸ਼ਨ ਨੂੰ ਲਿਖਣ ਦੇ, ਜਾਂ ਤਾਂ ਤੁਸੀਂ ਪੈਰਾਫ੍ਰੇਜ਼ ਕਰ ਸਕਦੇ ਹੋ ਸਿਨੋਨਿਮਸ ਨਾਲ, ਯੂਜ਼ ਸਿਨੋਨਿਮਸ, ਜਾਂ ਫਿਰ ਤੁਸੀਂ ਵਰਡ ਆਰਡਰ ਨੂੰ ਚੇਂਜ ਕਰ ਸਕਦੇ ਹੋ। ਐਗਜ਼ਾਮਪਲ ਅਗਰ ਸ਼ੋਜ਼ ਦਿੱਤਾ ਹੋਇਆ ਸੋ ਦੈਨ ਯੂ ਕੈਨ ਸੇ ਪ੍ਰੈਜ਼ੈਂਟਸ ਔਰ ਡੈਮੋਨਸਟ੍ਰੇਟਸ। ਅਗਰ ਇੱਕ ਤੋਂ ਜ਼ਿਆਦਾ ਦਿੱਤੇ ਹੋਏ ਕੋਈ ਵੀ ਚੀਜ਼ ਔਰ ਲਿਖਿਆ ਹੋਇਆ ਸ਼ੋ, ਸੋ ਆਬਵੀਅਸ ਹੈ ਫਿਰ ਪ੍ਰੈਜ਼ੈਂਟ ਹੋਊਗਾ। ਠੀਕ ਹੈ। ਵਰਡ ਆਰਡਰ ਨੂੰ ਚੇਂਜ ਕਿਵੇਂ ਕਰਦੇ ਹੈ, ਅਗਰ ਕੈਨੇਡੀਅਨ ਪੀਪਲ ਦਿੱਤਾ ਹੋਇਆ ਸੋ ਦੈਨ ਯੂ ਕੈਨ ਰਿਪਲੇਸ, ਯੂ ਕੈਨ ਚੇਂਜ, ਤੁਸੀਂ ਇਹਨੂੰ ਇਸ ਤਰੀਕੇ ਨਾਲ ਲਿਖ ਸਕਦੇ ਹੋ ਪੀਪਲ ਆਫ ਕੈਨੇਡਾ। ਸੋ ਇਹ ਤਾਂ ਰਹੇ ਇੰਟਰੋਡਕਸ਼ਨ ਨੂੰ ਪੈਰਾਫ੍ਰੇਜ਼ ਕਰਨ ਦੇ ਦੋ ਤਰੀਕੇ। ਹੁਣ ਦੇਖਦੇ ਹਾਂ ਇਸ ਕੁਐਸਚਨ ਦੀ ਇੰਟਰੋਡਕਸ਼ਨ ਦੇ ਵਿੱਚ ਸਟਾਰਟਿੰਗ ਕਿਵੇਂ ਕਰਨੀ ਹੈ। ਸੋ ਸਭ ਤੋਂ ਪਹਿਲੇ ਆਪਣੇ ਕੋਲ ਕੁਐਸਚਨ ਹੈ ਦ ਡਾਇਗਰਾਮਸ ਬਿਲੋ ਸ਼ੋ। ਬੜੇ ਆਰਾਮ ਨਾਲ ਦੇਖਣਾ ਪਲੀਜ਼ ਇਹਨੂੰ, ਕੱਲਾ ਵਰਡ ਮੈਂ ਨੰਬਰ ਮੈਂਸ਼ਨ ਕੀਤਾ ਹੈ ਕਿ ਇਸ ਵਰਡ ਨੂੰ ਇਸ ਤਰੀਕੇ ਨਾਲ ਰਿਪਲੇਸ ਕੀਤਾ ਹੈ, ਨੰਬਰ 2 ਨੂੰ ਇਸ ਤਰੀਕੇ ਨਾਲ ਰਿਪਲੇਸ ਕੀਤਾ ਹੈ, ਸੋ ਦੈਟ ਯੂ ਕੈਨ ਅੰਡਰਸਟੈਂਡ। ਨਾਲ ਨੋਟਬੁੱਕ ਜ਼ਰੂਰ ਰੱਖ ਲਓ, ਤੁਸੀਂ ਨੋਟ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਦ ਡਾਇਗਰਾਮਸ ਬਿਲੋ ਸ਼ੋ ਸਟੇਜਿਸ, ਇਕੁਇਪਮੈਂਟ ਯੂਜ਼ਡ, ਮੈਂ ਮੇਨ ਵਰਡਸ ਬੋਲ ਰਿਹਾ ਜਿਨ੍ਹਾਂ ਨੂੰ ਆਪਾਂ ਰਿਪਲੇਸ ਕਰਨਾ ਹੈ। ਸੀਮੈਂਟ ਮੇਕਿੰਗ ਪ੍ਰੋਸੈਸ, how cement is used to produce or building purposes. ਨੰਬਰ 1 ਤੇ ਡਾਇਗਰਾਮਸ ਦਿੱਤਾ ਹੈ, ਡਾਇਗਰਾਮਸ ਨੂੰ ਰਿਪਲੇਸ ਤੁਸੀਂ ਕਰ ਸਕਦੇ ਹੋ ਸਿਨੋਨਿਮ ਉਹਦਾ ਤੁਸੀਂ ਯੂਜ਼ ਕਰ ਸਕਦੇ ਹੋ ਟੂ ਰਿਪਰੈਜ਼ੈਂਟੇਸ਼ਨਸ। ਨੋਟ ਕਰ ਸਕਦੇ ਹੋ ਅਗਰ ਕੱਲ੍ਹ ਤੁਹਾਡੇ ਐਗਜ਼ਾਮ ਦੇ ਵਿੱਚ ਜਾਂ ਤੁਸੀਂ ਮਾਰਚ ਦੇ ਵਿੱਚ ਜਦੋਂ ਵੀ ਤੁਸੀਂ ਐਗਜ਼ਾਮ ਦੇਣਾ ਹੈ, ਅਗਰ ਡਾਇਗਰਾਮਸ ਦਿੱਤਾ ਹੋਇਆ ਤਾਂ ਤੁਸੀਂ ਉਹਨੂੰ ਕਹਿ ਸਕਦੇ ਹੋ ਇੱਕ ਤੋਂ ਜ਼ਿਆਦਾ ਹੈ ਟੂ ਰਿਪਰੈਜ਼ੈਂਟੇਸ਼ਨਸ। ਉਸ ਤੋਂ ਬਾਅਦ ਸ਼ੋ ਹੈ, ਸ਼ੋ ਨੂੰ ਤੁਸੀਂ ਪੈਰਾਫ੍ਰੇਜ਼ ਕਰ ਸਕਦੇ ਹੋ ਇਲਸਟ੍ਰੇਟ। ਉਸ ਤੋਂ ਬਾਅਦ ਸਟੇਜਿਸ ਨੂੰ ਆਪਾਂ ਲਿਖ ਸਕਦੇ ਹਾਂ ਸਟੈਪਸ। ਉਸ ਤੋਂ ਬਾਅਦ ਹੈ ਜੀ ਇਕੁਇਪਮੈਂਟ ਯੂਜ਼ਡ, ਇਕੁਇਪਮੈਂਟ ਨੂੰ ਟੂਲਸ ਕਹਿ ਸਕਦੇ ਹਾਂ ਔਰ ਯੂਜ਼ਡ ਦੀ ਜਗ੍ਹਾ 'ਤੇ ਰਿਕਵਾਇਰਡ। ਫਿਰ ਹੈ ਸੀਮੈਂਟ ਮੇਕਿੰਗ ਪ੍ਰੋਸੈਸ, ਮਤਲਬ ਸੀਮੈਂਟ ਨੂੰ ਬਣਾਉਣ ਦਾ ਜਿਹੜਾ ਪ੍ਰੋਸੈਸ ਹੈ ਆਬਵੀਅਸ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਪ੍ਰੋਡਿਊਸ ਕਰਨਾ ਸੀਮੈਂਟ ਨੂੰ, ਪ੍ਰੋਡਿਊਸਿੰਗ ਸੀਮੈਂਟ। ਉਸ ਤੋਂ ਬਾਅਦ ਹੈ ਹਾਊ ਸੀਮੈਂਟ ਇਜ਼ used to produce, ਵੀ ਕਿਸ ਤਰੀਕੇ ਨਾਲ ਸੀਮੈਂਟ ਨੂੰ ਯੂਜ਼ ਕੀਤਾ ਜਾਂਦਾ ਹੈ ਪ੍ਰੋਡਿਊਸ ਕਰਨ ਲਈ। ਸੋ ਵੀ ਕੈਨ ਸੇ ਦੈਟ ਕਨਵਰਟਿੰਗ ਇਟ ਇਨਟੂ, ਮਤਲਬ ਇਹਨੂੰ ਕਨਵਰਟ ਕਰਨਾ ਕਿਸ ਚੀਜ਼ ਦੇ ਵਿੱਚ ਕਰਨਾ, ਮਤਲਬ ਇਨਟੂ ਪ੍ਰੋਡਿਊਸ ਕਰਨ ਲਈ। ਔਰ ਉਸ ਤੋਂ ਬਾਅਦ ਲਾਸਟ ਦੇ ਵਿੱਚ ਹੈ ਬਿਲਡਿੰਗ ਪਰਪਸਿਸ, ਕਿ ਬਿਲਡਿੰਗ ਦੇ ਲਈ
ਬਿਲਡਿੰਗ ਬਣਾਉਣ ਦੇ ਲਈ, ਔਰ ਉਹਨੂੰ ਤੁਸੀਂ ਰਿਪਲੇਸ ਕਰ ਸਕਦੇ ਹੋ ਕੰਸਟਰਕਸ਼ਨ ਨੀਡਸ। ਸੋ ਇਹ ਸੀ ਆਪਣੀ ਪੈਰਾਫਰੇਜ਼ਿੰਗ। ਕਿਸੇ ਵੀ ਕੁਐਸਚਨ ਦੇ ਵਿੱਚ ਅੱਜ ਮੈਂ ਪ੍ਰੋਸੈਸ ਲੈ ਰਿਹਾ, ਇਸ ਤੋਂ ਬਾਅਦ ਮੈਂ ਇੱਕ ਇੱਕ ਕਰਕੇ ਹਰ ਟਾਈਪ ਦਾ ਮੈਂ ਚਾਰਟ ਲਊਂਗਾ। ਸੋ ਪਲੀਜ਼ ਪੂਰਾ ਵੀਡੀਓ ਜ਼ਰੂਰ ਦੇਖਣਾ ਕਿ ਇਹਦਾ ਓਵਰਵਿਊ ਕਿਸ ਤਰੀਕੇ ਨਾਲ ਲਿਖਿਆ ਜਾਊਗਾ, ਪੈਰਾਗ੍ਰਾਫ 3 ਕਿਵੇਂ ਹੋਊਗਾ, ਪੈਰਾਗ੍ਰਾਫ 4 ਦੇ ਵਿੱਚ ਕੀ ਚੀਜ਼ ਹੋਊਗੀ। ਸੋ ਨਾਓ ਲੈਟਸ ਗੋ ਫॉर ਓਵਰਵਿਊ। ਓਵਰਵਿਊ ਲਿਖਣ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਕਿ ਓਵਰਵਿਊ ਦੇ ਵਿੱਚ what we have to do, that is on your screen, ਸੀਮੈਂਟ ਪ੍ਰੋਡਕਸ਼ਨ ਇੱਕ ਆਪਣੇ ਕੋਲ ਡਾਇਗਰਾਮ ਹੈ, ਉਸ ਤੋਂ ਬਾਅਦ ਹੈ ਕੰਕਰੀਟ ਪ੍ਰੋਡਕਸ਼ਨ। ਇੱਕ ਲਾਈਨ ਜਿਹੜੀ ਹੋਊਗੀ ਫਰਸਟ ਸੈਂਟੈਂਸ ਹੋਊਗਾ ਹਾਫ ਪਾਰਟ ਦਾ, ਜਾਂ ਮੈਂ ਕਹੂੰਗਾ ਫਰਸਟ ਹਾਫ ਦਾ, ਔਰ ਜਿਹੜਾ ਸੈਕਿੰਡ ਸੈਂਟੈਂਸ ਹੋਊਗਾ ਉਹ ਹੋਊਗਾ ਸੈਕਿੰਡ ਹਾਫ ਦਾ। ਜੋ ਵੀ ਦਿੱਤਾ ਹੋਇਆ ਓਵਰਵਿਊ ਕਿਸ ਤਰੀਕੇ ਨਾਲ ਸ਼ੁਰੂ ਕਰ ਸਕਦੇ, ਹਾਊ ਵੀ ਕੈਨ ਸਟਾਰਟ, ਲੈਟਸ ਸੀ। ਸੋ ਓਵਰਵਿਊ ਤੁਸੀਂ ਲਿਖ ਸਕਦੇ ਹੋ, ਸਟਾਰਟਿੰਗ ਕਰ ਸਕਦੇ ਹੋ ਓਵਰਆਲ, ਔਰ ਓਵਰਆਲ ਤੋਂ ਬਾਅਦ ਹਮੇਸ਼ਾ ਨੋਟ ਰੱਖਣਾ ਕਿ ਓਵਰਆਲ ਤੋਂ ਬਾਅਦ ਕੌਮਾ ਜ਼ਰੂਰ ਆਏਗਾ, ਓਵਰਆਲ। ਉਸ ਤੋਂ ਬਾਅਦ ਹੈ, ਦੇਖੋ ਮੇਨ ਚੀਜ਼ ਜਿਹੜੀ ਦੇਖਣੀ ਆਪਾਂ, ਲਾਈਮ ਸਟੋਨ ਜੋ ਫਸਟ ਦੇ ਵਿੱਚ ਹੈ, ਲਾਈਮ ਸਟੋਨ ਐਂਡ ਕਲੇ। ਲਾਈਮ ਸਟੋਨ ਔਰ ਕਲੇ ਜੋ ਹੈ ਪਾਸ ਥਰੂ 4 ਸਟੇਜਸ। ਵੀ ਹੈਵ ਟੂ ਸੀ ਕਿੰਨੀਆਂ ਸਟੇਜਸ ਨੇ ਇਸ ਚਾਰਟ ਦੇ ਵਿੱਚ, ਕਿੰਨੀਆਂ ਸਟੇਜਸ ਤੁਸੀਂ ਦੇਖ ਸਕਦੇ ਹੋ ਸੀਮੈਂਟ ਪ੍ਰੋਡਕਸ਼ਨ ਦੇ ਵਿੱਚ। 4 ਸਟੇਜਸ ਨੇ ਇਹਦੇ ਵਿੱਚ। 4 ਸਟੇਜਸ ਕਿਹੜੀਆਂ, ਇੱਕ ਤਾਂ ਕ੍ਰਸ਼ਰ ਹੈ ਜਿਹਦੇ ਵਿੱਚ ਜਾ ਕੇ ਉਹ ਕ੍ਰਸ਼ ਹੋ ਰਿਹਾ ਹੈ, ਔਰ ਉਸ ਤੋਂ ਇਲਾਵਾ ਮਿਕਸਰ ਹੈ ਜਿਹਦੇ ਵਿੱਚ ਜਾ ਕੇ ਉਹ ਮਿਕਸ ਹੋ ਰਿਹਾ ਹੈ, ਫਿਰ ਉਹ ਰੋਟੇਟਿੰਗ ਹੀਟਰ ਹੈ ਜਿਸ ਦੇ ਥਰੂ ਉਹ ਪਾਸ ਹੋ ਰਿਹਾ, ਇਹ ਤੀਸਰੀ ਸਟੇਜ ਹੈ। ਲਾਸਟ ਸਟੇਜ ਕੀ ਹੈ, ਉਸ ਤੋਂ ਬਾਅਦ ਫਿਰ ਉਹ ਗ੍ਰਾਈਂਡ ਹੁੰਦਾ, ਗ੍ਰਾਈਂਡ ਮਤਲਬ ਪਿਸਦਾ, ਫਿਰ ਉਹ ਗ੍ਰਾਈਂਡਰ ਦੇ ਵਿੱਚ ਜਾ ਕੇ, ਠੀਕ ਹੈ। ਸੋ 4 ਸਟੇਜਸ ਨੇ, ਸਟੇਜਸ ਲਿਖਣੀਆਂ ਬਹੁਤ ਜ਼ਰੂਰੀ ਹੈ। ਪ੍ਰੋਸੈਸ ਦੇ ਵਿੱਚ ਕਿੰਨੀਆਂ ਸਟੇਜਸ ਨੇ। ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਕਈ ਵਾਰ ਇੱਦਾਂ ਵੀ ਹੁੰਦਾ ਕਿ ਜਿਵੇਂ ਇਹ ਪ੍ਰੋਸੈਸ ਚਾਰਟ ਹੈ, ਇਹਦੇ ਵਿੱਚ ਨੰਬਰਸ ਨਹੀਂ ਮੈਂਸ਼ਨ ਕੀਤੇ ਹੋਏ, ਦਿਸ ਇਜ਼ ਐਨ ਅਨਨੰਬਰਡ ਪ੍ਰੋਸੈਸ ਚਾਰਟ। ਲੇਕਿਨ ਕਈ ਵਾਰ ਇੱਦਾਂ ਵੀ ਹੁੰਦਾ ਜੋ ਈਜ਼ੀ ਹੁੰਦਾ, ਨੰਬਰਸ ਦਿੱਤੇ ਹੁੰਦੇ, ਨੰਬਰ 1, ਨੰਬਰ 2, ਨੰਬਰ 3, ਨੰਬਰ 4, ਸਟੇਜਸ ਦਿੱਤੀਆਂ ਹੁੰਦੀਆਂ, ਉਹ ਤਾਂ ਡਾਇਰੈਕਟਲੀ ਤੁਸੀਂ ਦੇਖ ਕੇ ਲਿਖ ਸਕਦੇ ਹੋ ਕਿ ਕਿੰਨੀਆਂ ਸਟੇਜਸ ਮੈਂਸ਼ਨ ਕੀਤੀਆਂ ਹੋਈਆਂ। ਹੁਣ ਇਹਦੇ ਵਿੱਚ ਤਾਂ ਆਪਾਂ ਨੂੰ ਕਾਊਂਟ ਕਰਨਾ ਪਏਗਾ, ਦੇਖਣਾ ਪਏਗਾ ਕਿ 4 ਸਟੇਜਸ ਨੇ, ਕ੍ਰਸ਼ਰ ਹੈ, ਮਿਕਸਰ ਹੈ, ਰੋਟੇਟਿੰਗ ਹੀਟਰ ਹੈ और grinder है। So overall limestone and clay pass through 4 stages before they are turned into cement। ਵੀ ਇਸ ਤੋਂ ਪਹਿਲਾਂ ਵੀ ਸੀਮੈਂਟ ਬਣਨ ਉਹ, and bagged for use ਕਿ ਉਹਨਾਂ ਨੂੰ ਬੈਗ ਦੇ ਵਿੱਚ ਪੈਕ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਸੈਕਿੰਡ ਦੇ ਵਿੱਚ ਆਪਾਂ ਦੇਖਦੇ ਹਾਂ ਪ੍ਰੋਡਿਊਸਿੰਗ ਕੰਕਰੀਟ, ਮਤਲਬ ਕੰਕਰੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੀ ਚੀਜ਼ ਹੈ, ਉਹਦੇ ਵਿੱਚ ਸਿਰਫ ਇੱਕ ਪ੍ਰੋਸੈਸ ਹੈ। ਕੰਕਰੀਟ ਦੇ ਵਿੱਚ ਸਿਰਫ ਇੱਕ ਪ੍ਰੋਸੈਸ ਹੈ ਜਿਹੜਾ ਕਿ ਕੰਕਰੀਟ ਮਿਕਸਰ ਦੇ ਵਿੱਚ ਜਾ ਕੇ ਹੋ ਰਿਹਾ ਹੈ। that is producing concrete is a one step process। ਇੱਕ ਸਟੈਪ ਹੀ ਹੈ ਉਹਦੇ ਵਿੱਚ। ਜੇ ਮਿਕਸਰ ਹੈ ਉਹਦੇ ਵਿੱਚ ਸਾਰੀਆਂ ਜੋ ਸਬਸਟੈਂਸਿਸ ਉਹਨਾਂ ਨੂੰ ਪਾਇਆ ਜਾ ਰਿਹਾ, ਮਟੀਰੀਅਲ ਨੂੰ ਪਾਇਆ ਜਾ ਰਿਹਾ। ਸੋ is a one step process wherein 3 other materials are blended। blended ਮਤਲਬ ਹੈ ਮਿਕਸ ਕੀਤਾ ਜਾ ਰਿਹਾ in a, ਇੱਕ ਹੀ ਜੋ ਸਟੇਜ ਹੈ, ਇੱਕ ਹੀ ਪ੍ਰੋਸੈਸ ਹੈ, that is ਕੰਕਰੀਟ ਮਿਕਸਰ। ਇਹ ਆਪਣਾ ਸੈਕਿੰਡ ਸੈਂਟੈਂਸ ਹੋ ਗਿਆ। ਸੋ ਸੈਕਿੰਡ ਸੈਂਟੈਂਸ ਦੇ ਵਿੱਚ ਤੁਸੀਂ ਐਕਸਪਲੇਨ ਕਰਤਾ ਕਿ ਕੰਕਰੀਟ ਪ੍ਰੋਡਕਸ਼ਨ ਦੇ ਵਿੱਚ ਕੀ ਹੋ ਰਿਹਾ। ਫਰਸਟ ਸੈਂਟੈਂਸ ਦੇ ਵਿੱਚ ਜੋ ਆਪਣਾ ਫਰਸਟ ਹਾਫ ਹੈ ਸੀਮੈਂਟ ਪ੍ਰੋਡਕਸ਼ਨ ਦੇ ਵਿੱਚ ਕਿੰਨੀਆਂ ਸਟੇਜਸ ਨੇ ਉਹ ਐਕਸਪਲੇਨ ਕਰਤਾ। ਦੈਟ ਇਜ਼ ਆਵਰ ਓਵਰਵਿਊ। ਆਪਣਾ ਓਵਰਵਿਊ ਕਲੀਅਰ ਹੋ ਗਿਆ। ਮੇਕ ਸ਼ੋਰ ਕਿ ਤੁਸੀਂ ਸਮਰਾਈਜ਼ ਦ ਫਰਸਟ ਐਂਡ ਲਾਸਟ ਸਟੇਜਸ ਆਫ ਦ ਪ੍ਰੋਸੈਸ। ਇਹ ਜ਼ਰੂਰੀ ਹੈ, ਇਹ ਜ਼ਰੂਰੀ ਤੁਹਾਨੂੰ ਕਰਨਾ ਚਾਹੀਦਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਹੁਣ ਇਹਦੀ ਪੈਰਾਗ੍ਰਾਫ 3 ਦੇ ਵਿੱਚ ਕੀ ਲਿਖਣਾ ਔਰ ਪੈਰਾਗ੍ਰਾਫ 4 ਦੇ ਵਿੱਚ ਕੀ ਲਿਖਣਾ, ਰਾਈਟ। ਪਹਿਲਾਂ ਹੀ ਮੈਂ ਤੁਹਾਨੂੰ ਦੱਸਦਾ ਪੈਰਾਗ੍ਰਾਫ 3 ਦੇ ਵਿੱਚ ਸੀਮੈਂਟ ਪ੍ਰੋਡਕਸ਼ਨ ਬਾਰੇ ਲਿਖਿਆ ਜਾਊਗਾ, ਸੀਮੈਂਟ ਪ੍ਰੋਡਕਸ਼ਨ ਦੇ ਵਿੱਚ ਆਪਾਂ ਨੂੰ ਕੀ ਕੁਝ ਦਿਖ ਰਿਹਾ, ਔਰ ਪੈਰਾਗ੍ਰਾਫ 4 ਦੇ ਵਿੱਚ ਕੰਕਰੀਟ ਪ੍ਰੋਡਕਸ਼ਨ ਬਾਰੇ ਲਿਖਿਆ ਜਾਊਗਾ ਕਿ ਕੰਕਰੀਟ ਪ੍ਰੋਡਕਸ਼ਨ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ। ਸੋ ਪੈਰਾਗ੍ਰਾਫ 3 ਇਟਸ ਅ ਬਿਊਟੀਫੁਲ ਫਰੇਜ਼ ਜੋ ਤੁਸੀਂ ਸ਼ੁਰੂ ਕਰ ਸਕਦੇ ਹੋ ਪੈਰਾਗ੍ਰਾਫ 3 ਨੂੰ ਜਦੋਂ ਸ਼ੁਰੂ ਕਰਨਾ ਹੋਵੇ। ਅਪੋਨ ਅ ਡੀਟੇਲਡ ਲੁੱਕ। ਅਪੋਨ ਅ ਡੀਟੇਲਡ ਲੁੱਕ ਦਾ ਮਤਲਬ ਹੈ ਕਿ ਅਗਰ ਇਹਨੂੰ ਧਿਆਨ ਨਾਲ ਦੇਖੀਏ, ਧਿਆਨ ਨਾਲ ਤੁਸੀਂ ਇਹਨੂੰ ਦੇਖ ਸਕਦੇ ਹੋ ਕਲੋਜ਼ਲੀ। ਅਪੋਨ ਅ ਡੀਟੇਲਡ ਲੁੱਕ ਫਰੇਜ਼ ਨੂੰ ਤੁਸੀਂ ਨੋਟ ਕਰ ਸਕਦੇ ਹੋ ਜਦੋਂ ਤੁਸੀਂ ਪੈਰਾਗ੍ਰਾਫ 3 ਦੇ ਵਿੱਚ ਜਾ ਕੇ ਤੁਸੀਂ ਸ਼ੁਰੂ ਕਰਨਾ, ਸੋ ਤੁਸੀਂ ਯੂਜ਼ ਕਰ ਸਕਦੇ ਹੋ ਅਪੋਨ ਅ ਡੀਟੇਲਡ ਲੁੱਕ। ਵੀ ਇਹਨੂੰ ਅਗਰ ਧਿਆਨ ਨਾਲ ਦੇਖੀਏ, ਠੀਕ ਹੈ। ਇਟ ਇਜ਼ ਕਲੀਅਰ ਦੈਟ ਲਾਈਮਸਟੋਨ ਐਂਡ ਕਲੇ ਆਰ ਕਰਸ਼ਡ। ਹੁਣ ਜੋ ਮੈਂ ਗ੍ਰੀਨ ਦੇ ਵਿੱਚ ਕੀਤਾ ਹੈ ਕਲੇ ਆਰ ਕਰਸ਼ਡ, ਇਹਨੂੰ ਕਹਿੰਦੇ ਆ ਪ੍ਰੈਜ਼ੈਂਟ ਪੈਸਿਵ। ਮਤਲਬ ਉਹ ਯੈਸ, ਅਗਰ ਮੈਂ ਹਿੰਦੀ 'ਚ ਕਹਾਂ ਐਸਾ ਹੋਤਾ ਹੈ, ਮਤਲਬ ਇਹ ਹੁੰਦਾ ਹੈ, ਉਹ ਕਰਸ਼ ਹੁੰਦੇ ਹੈ। ਕਰਸ਼ ਹੁੰਦੇ ਕਿਸ ਚੀਜ਼ ਦੇ ਵਿੱਚ ਕਰਸ਼ ਹੁੰਦੇ ਤੁਸੀਂ ਦੇਖ ਸਕਦੇ ਹੋ, ਪਾਊਡਰ ਦੇ ਵਿੱਚ ਕਰਸ਼ ਹੁੰਦੇ ਹੋ। ਇਨਟੂ ਪਾਊਡਰ ਵਿਦ ਦ ਯੂਜ਼ ਆਫ, ਕਿਸ ਚੀਜ਼ ਨੂੰ ਯੂਜ਼ ਕਰਕੇ ਕਰਸ਼ ਕਰਦੇ, ਕ੍ਰਸ਼ਰ, ਰਾਈਟ, ਵਿਦ ਦ ਯੂਜ਼ ਆਫ ਅ ਕ੍ਰਸ਼ਰ। ਉਸ ਤੋਂ ਬਾਅਦ ਹੈ ਥੀਸ ਮਟੀਰੀਅਲਸ ਆਰ ਪਾਸਡ। ਪਾਸਡ ਮਤਲਬ ਉਹ ਪਾਸ ਹੁੰਦੀਆਂ, ਆ ਜਿਹੜਾ ਮਟੀਰੀਅਲ ਇਹ ਚੀਜ਼ਾਂ ਪਾਸ ਹੁੰਦੀਆਂ, ਕਿਸ ਚੀਜ਼ ਦੇ ਥਰੂ ਪਾਸ ਹੁੰਦੀਆਂ, ਥਰੂ ਅ
ਹੀਟਡ ਰੋਟੇਟਿੰਗ ਸਿਲੰਡਰ, ਹੀਟਡ ਰੋਟੇਟਿੰਗ ਸਿਲੰਡਰ ਦੇ ਥਰੂ ਉਹ ਪਾਸ ਹੁੰਦੀਆਂ, ਉਸ ਤੋਂ ਬਾਅਦ ਹੈ ਫੋਲੋਡ ਬਾय ਆ ਗ੍ਰਾਈਂਡਰ, ਫਿਰ ਉਹ ਗ੍ਰਾਈਂਡਰ ਤੱਕ ਉਹ ਸਾਰਾ ਮਟੀਰੀਅਲ ਆ ਜਾਂਦਾ ਹੈ, ਵਿਚ ਕੰਪਲੀਟਸ, ਜੋ ਕਿ ਪੂਰਾ ਕਰਦਾ ਹੈ ਦ ਪ੍ਰੋਸੈਸ, ਸਾਰਾ ਪ੍ਰੋਸੈਸ ਜੋ ਪੂਰਾ ਕਰਦਾ ਹੈ ਆਫ ਦਾ ਕਿਸ ਚੀਜ਼ ਦਾ, ਸੀਮੈਂਟ ਪ੍ਰੋਡਕਸ਼ਨ ਦਾ, ਸੀਮੈਂਟ ਨੂੰ ਬਣਾਉਣ ਦਾ, ਠੀਕ ਹੈ। ਉਸ ਤੋਂ ਬਾਅਦ ਲਾਸਟ ਦੇ ਵਿੱਚ ਫਾਈਨਲੀ ਇੱਕ ਡਿਸਕੋਰਸ ਮਾਰਕਰ ਹੈ, ਕੋਹੀਸਿਵ ਡਿਵਾਈਸ ਵੀ ਇਹਨੂੰ ਕਹਿੰਦੇ ਹੈ, ਜਿਹੜਾ ਕਿ ਸੀਸੀ ਦਾ ਪਾਰਟ ਹੈ, ਕੋਹੈਰੈਂਸ ਔਰ ਕੋਹੀਜ਼ਨ। ਬਹੁਤ ਜਲਦ ਮੈਂ ਐਕਸਪਲੇਨ ਕਰੂੰਗਾ ਡੀਪਲੀ ਜਾ ਕੇ ਕਿਸੇ ਵੀਡੀਓ ਦੇ ਵਿੱਚ ਕਿ ਕੋਹੈਰੈਂਸ ਔਰ ਕੋਹੀਜ਼ਨ ਕੀ ਹੁੰਦਾ, ਟਾਸਕ ਰਿਸਪੌਂਸ ਕੀ ਹੁੰਦਾ, ਟਾਸਕ ਅਚੀਵਮੈਂਟ ਕੀ ਹੁੰਦਾ, GR ਦੇ ਵਿੱਚ ਤੁਸੀਂ ਕਿਵੇਂ ਇੰਪ੍ਰੈਸ ਕਰ ਸਕਦੇ ਹੋ ਔਰ ਹਾਈ ਸਕੋਰ ਤੁਸੀਂ ਕਰ ਸਕਦੇ ਹੋ ਟਾਸਕ 1 ਟਾਸਕ 2 ਦੇ ਵਿੱਚ, okay, or lexical resource. Finally, cement is filled into bags and ready for shipment. ਇਹ ਹੈ ਜੀ ਆਪਣਾ ਪੈਰਾਗ੍ਰਾਫ 3rd। ਲੈਟਸ ਗੋ ਫॉर द ਲਾਸਟ ਪੈਰਾਗ੍ਰਾਫ। ਓਕੇ, ਲਾਸਟ ਦੇ ਵਿੱਚ ਹੁਣ ਸੀਮੈਂਟ ਪ੍ਰੋਡਕਸ਼ਨ ਔਰ ਆਬਵੀਅਸ ਹੈ ਕਿ ਕੰਕਰੀਟ ਪ੍ਰੋਡਕਸ਼ਨ, ਦੋਨੋਂ ਜੋ ਪ੍ਰੋਸੈਸ ਹੈ ਉਹ ਅਲੱਗ-ਅਲੱਗ ਪ੍ਰੋਸੈਸ ਹੈ। ਸੋ ਇਹਦੀ ਸਟਾਰਟਿੰਗ ਆਪਾਂ ਕਰ ਸਕਦੇ ਹਾਂ ਕਿ ਦੂਸਰੇ ਪਾਸੇ ਇਨ ਕੰਪੈਰੀਜ਼ਨ, ਕਿ ਦੂਸਰੀ ਤਰਫ ਜੋ ਸੀਮੈਂਟ ਪ੍ਰੋਡਕਸ਼ਨ ਜੋ ਹੈ ਉਹਦੇ ਵਿੱਚ ਤਾਂ 4 ਸਟੇजेस ਹੋ ਰਹੀਆਂ ਔਰ ਕੰਕਰੀਟ ਪ੍ਰੋਡਕਸ਼ਨ ਦੇ ਵਿੱਚ ਇੱਕ ਹੀ ਸਟੈਪ ਹੈ, दैट इज कॉन्क्रीट मिक्सर, कि जो सबसटेंसेस है, जो मटीरियल है, सिर्फ वो जाके मिक्स हो रहा है। मेकिंग कॉन्क्रीट इज अ सिंपल प्रोसेस, बड़ा सिंपल जहा प्रोसेस है, कॉमा इट ओनली रिक्वायर्स अ मिक्सचर, सिर्फ वो मिक्सचर चाहिए ਉਹਨੂੰ ऑफ 4 मटीरियल्स, 4 चीज़ां ने ਉਹਦੇ ਵਿੱਚ ਕਿਹੜੀਆਂ ਨੇ, ਸੀਮੈਂਟ ਹੈ, ਵਾਟਰ ਹੈ, ਸੈਂਡ ਹੈ, ਗ੍ਰੈਵਲ ਹੈ। ਗ੍ਰੈਵਲ ਦਾ ਮਤਲਬ ਹੁੰਦਾ ਛੋਟੇ ਛੋਟੇ ਪੱਥਰ, ਰਾਈਟ, ਸਮਾਲ ਸਟੋਨਸ। ਓਕੇ, ਸੋ 4 ਮਟੀਰੀਅਲਸ ਟੂ ਕੰਪਲੀਟ ਦਾ ਪ੍ਰੋਸੈਸ ਆਫ ਕੰਕਰੀਟ, ਵੀ ਕੰਕਰੀਟ ਦਾ ਜਿਹੜਾ ਪ੍ਰੋਸੈਸ ਆ ਉਹਨੂੰ ਕੰਪਲੀਟ ਕਰਨ ਲਈ 4 ਚੀਜ਼ਾਂ ਚਾਹੀਦੀਆਂ। ਸੋ ਕੰਕਰੀਟ ਕੰਸਿਸਟਸ ਆਫ ਮੇਨਲੀ, ਕਿਹੜੀ ਚੀਜ਼ਾਂ ਇਹਦੇ ਵਿੱਚ ਹੈ ਕੰਕਰੀਟ ਦੇ ਵਿੱਚ ਬਣਾਉਣ ਲਈ, ਕਿਹੜੀ ਚੀਜ਼ਾਂ ਹੈ, ਮੇਨਲੀ 50% ਤਾਂ ਗ੍ਰੇਵਲ ਹੈ, ਗ੍ਰੇਵਲ ਮਤਲਬ ਛੋਟੇ ਛੋਟੇ ਪੱਥਰ ਜੋ ਹੈ, 15% ਇਹਦੇ ਵਿੱਚ ਸੀਮੈਂਟ ਹੈ, 10% ਵਾਟਰ ਹੈ ਔਰ 25% ਸੈਂਡ ਹੈ। ਐਂਡ ਦੀਜ਼ ਆਲ ਆਰ, ਇਹਨਾਂ ਨੂੰ ਕੀ ਕੀਤਾ ਜਾ ਰਿਹਾ, ਪੌਰ ਦਾ ਮਤਲਬ ਹੁੰਦਾ ਡਾਲਣਾ, ਠੀਕ ਹੈ। अगर मैं किसी को कहना हो कि थोड़ी सब्जी पा दो प्लीज़, पाना, डालना, प्लीज़ पॉर सम वेजिटेबल, ठीक है, पॉर, ठीक है, डालना। प्लेस भी हो गया भी ਉਹਦੇ रखना ਉਹਨੂੰ। आर तो बाद 3rd फॉर्म आ रही, जिथे इज एम आर तो बाद 3rd फॉर्म का यूज़ होवे वो प्रेजेंट पैसिव होंदा है और ये पार्ट है GRA ਦਾ, ग्रामैटिकल रेंज एंड एक्यूरेसी। ओके, इनटू किस चीज़ ਦੇ ਵਿੱਚ ਪਾਇਆ ਜਾ ਰਿਹਾ, ਇਹਨਾਂ 4 ਚੀਜ਼ਾਂ ਨੂੰ, 4 ਸਬਸਟੈਂਸਿਸ ਨੂੰ ਇਨਟੂ ਅ ਕੰਕਰੀਟ ਮਿਕਸਰ। ਸੋ ਜੋ ਕੀ ਕਰਦਾ, ਵਿਚ ਰੋਟੇਟਸ, ਜੋ ਇਹਨਾਂ ਨੂੰ ਘੁਮਾਉਂਦਾ, ਘੁਮਾ ਰਿਹਾ, ਤੁਸੀਂ ਦੇਖ ਰਹੇ ਹੋ, ਤੁਸੀਂ ਘੁਮਾ ਰਿਹਾ ਜੋ ਇਹਨਾਂ ਨੂੰ, ਐਂਡ ਟਰਾਂਸਫਾਰਮ ਕਰ ਦਿੰਦਾ, ਚੇਂਜ ਕਰ ਦਿੰਦਾ ਥੀਸ ਮਟੀਰੀਅਲਸ ਇਨਟੂ ਕੰਕਰੀਟ, ਉਸ ਤੋਂ ਕੰਕਰੀਟ ਆਪਣਾ ਕ੍ਰੀਏਟ ਹੁੰਦਾ ਹੈ। ਸੋ ਕੰਪਲੀਟ ਵੀਡੀਓ ਤੁਸੀਂ ਦੇਖਿਆ, ਆਈ ਐਮ ਸ਼ੋਰ ਦੈਟ ਕਿ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਊਗਾ। ਔਰ ਇਸ ਤੋਂ ਬਾਅਦ ਮੈਂ ਜ਼ਰੂਰ ਇੱਕ ਇੱਕ ਕਰਕੇ ਜਿੰਨੇ ਵੀ ਟਾਈਪਸ ਦੇ ਟਾਸਕ 1 ਨੇ, ਟਾਸਕ 2 ਹੈ, I'll definitely try my level best to make more and more videos for writing. So अगर तुसी ऑफलाइन क्लासेस ज्वाइन करना चाहते हो राइटिंग और स्पीकिंग खास तौर पर, या फिर ऑनलाइन, माई WhatsApp नंबर इज ऑन द स्क्रीन। अगर तुसी ऑफलाइन ज्वाइन करनी है, मंडी डबवाली दे विच तुसी ज्वाइन कर सकते हो बिहाइंड दर्पण सिनेमा, स्वीट अरुण IELTS classes। In case you want to join online IELTS classes, my WhatsApp number is on the screen. Feel free to contact me on my WhatsApp number. Once again, thank you so much for watching this video. Stay tuned.